ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮੈਂ ਨਾਨੁਆ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜੈ ਸਿਮਰਤ ਗਨ ਕਾਸੀ ਉਦਰੀ ताको जस उरतारो रहाओ। अटल पयो द्रों जाके सिमरन अर निरपै पद पाया। दुख हरता एह बिद को स्वामी तैं काहे बिसराया। जब ही शरण गही कृपा निध गज गराते छुटा। महिमा नाम कहाँ लो भरणू राम कहत बंधन ते टूटा। अजामल पापी जग जाने निमक माहे निस्तारा। नानक कहत चेत चिंता मन तैं भी उतरै पारा। नानक कहत चेत चिंता मन तैं भी उतरै पारा। वाहिगुरु जी का खालसा वाहिगुरु जी की फतेह। गुरु सवारे सत्संगी जनों, धन धन श्री गुरु ग्रंथ साहिब महाराज जी का आदाय पावन उपदेश। नौवें पातशाह धन धन श्री गुरु तेग बहादुर साहिब तिन्हां दी रसना तो उचारण कीती हुई यह बाणी सोरठ राग विच गुरु ग्रंथ साहिब महाराज जी के पन्ना नंबर 632 के उत्ते सुशोभित है। और देखो पहली ही पंक्ति केंद्रीय भाव है, मन रे मन को संबोधन है। ऐ मना प्रभु की शरण विचार। परमात्मा की शरण विच केड़ा है जिहड़ा शुद्ध गुरु की विचार करता है। विचारो जिहड़ा शब्द गुरु की विचार नूं समझदा समझो कि परमात्मा की शरण विच है। ते जिहड़े गुरु के शब्द की विचार नूं नहीं समझते वो फिर नाल ही देखो अगली पंक्ति विच एक पुजारी की सोच दसी है। ये सारियां जिहड़ियां उस समय दीयां प्रचलित कहानियां हैं। भाई गुरदास जी की 10वीं वार तुसीं सारे पढ़ सकते। ਹੁਣ ਵੇਖੋ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ। ਜੈਸੇ ਮਰਦ ਗਨ ਕਾਸੀ ਉਦਰੀ ਤਾਕੋ ਜਸ ਗੁਰ ਧਾਰੋ। कि गणका एक विश्वासी माड़े पर कि संतों नूं मिल गया ते उन्हें कहा भी तू आ फड़ तोता इनू परमात्मा का नाम जपाया करते। नाम जपाते जपाते वो भी तर गई। अटल पयो द्रो जाके सिमरन अर निरपै पद पाया। दुख हरता एह बिद को स्वामी तैं काहे बिसराया। अटल ऐसी अवस्था जिन्हों दुनिया की कोई ताकत खेड़ नहीं सकती। देखो ध्रुव प्रहलाद ध्रुव की उम्र की है 5 साल कोई 9 साल कोई कितनी देता है। ये पुजारी दी कहानियां ने। गुरु तेग बहादुर महाराज जी कोई उन्होंने उत्ते मोटी डारे भी सच है। उस समय दी प्रचलित कहानियां ने। वो कहते हैं भी तुसी कहते तुहाडे वेद कह रहे हैं तुहाडे जिहड़े शास्त्र कह रहे हैं भी ध्रुव ने जाके सिमरन किया
ਤੇ ਤਾਂ ਉਸ ਨੂੰ ਅਵਸਥਾ ਪ੍ਰਾਪਤ ਹੋਈ। ਭਾਵ ਮਾਂ ਦੀ ਕੁੱਖ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਇਹ ਸਾਰੀ ਕਹਾਣੀ ਤੁਸੀਂ ਭਾਈ ਗੁਰਦਾਸ ਜੀ ਦੀ 10ਵੀਂ ਵਾਰ 'ਚ ਪੜ੍ਹ ਸਕਦੇ ਹੋ ਵੀ ਪਰਮਾਤਮਾ ਐਵੇਂ ਦੁੱਖ ਹਾਰ ਜਾਂਦਾ ਸਾਰਿਆਂ ਦੇ। ਕਹਿਣ ਦਾ ਭਾਵ ਹੈ ਕਿ ਅਸੀਂ ਨਾਮ ਜਪਦੇ ਹਾਂ ਨਾ, ਜਦੋਂ ਪੁਜਾਰੀ ਦੀ ਸੋਚ ਦੇ ਅਨੁਸਾਰ, ਤੇ ਸਤਿਗੁਰੂ ਜੀ ਵੀ ਇਹ ਸਾਨੂੰ ਸਿੱਖ ਨੂੰ ਸਮਝਾ ਰਹੇ ਨੇ। ਸਭ ਤੋਂ ਵੱਡੀ ਵਿਚਾਰ ਕਿ ਆਪਣੇ ਇਸ ਦਿਮਾਗ ਨਾਲ ਸੋਚ ਕੀ ਹੋ ਸਕਦਾ। ਤੇ ਸਤਿਗੁਰੂ ਜੀ ਵੇਖੋ ਸਮਝਾਉਣਾ ਕਰਦੇ ਨੇ, ਕਹਿੰਦੇ ਨੇ ਜਿਵੇਂ ਉਹ ਪੁਜਾਰੀ ਨੇ ਕਿਹਾ ਵੀ ਉਹ ਇਸ ਵਿਧੀ ਨਾਲ ਉਹਨੇ ਪਰਮਾਤਮਾ ਤੋਂ ਸਿੰਘਾਸਨ ਹਾਸਲ ਕਰ ਲਿਆ, ਤੇ ਤੂੰ ਕਿਉਂ ਭੁੱਲਿਆ ਕਰਦਾ? ਤੂੰ ਵੀ ਐਵੇਂ ਸਿਮਰਨ ਕਰ, ਮਾਫ ਕਰਨਾ। ਫਿਰ ਜਿਹੜੇ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਦੇ ਨੇ, ਫਿਰ ਉਹ ਤੇ ਪਰਮਾਤਮਾ ਦੀ ਬੰਦਗੀ ਨਹੀਂ ਕਰ ਸਕਦੇ। ਫਿਰ ਤੇ ਪਰਮਾਤਮਾ ਦੀ ਬੰਦਗੀ ਇੱਕ ਵੱਖਰਾ ਇਨਸਾਨ, ਜਿਹਨੂੰ ਕਾਪੀਰਾਈਟ ਮੇਰੇ ਵਰਗੇ ਗਿਆਨੀ ਬਿਠਾਤੇ ਨੇ, ਬਸ ਇਹਨਾਂ ਦੇ ਕੰਮ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਇੱਕ ਓੰਕਾਰ ਸਤ, ਕਿ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਕਿਸੇ ਵਾਸਤੇ ਵੀ ਕੋਈ ਰਤੀ ਮਾਤਰ ਵੀ ਫਰਕ ਨਹੀਂ, ਔਰ ਸਦੀਵੀ ਹੈ। ਉਹ ਨਿਯਮ ਹੈ, ਉਹ ਗੁਣ ਹਨ, ਸ਼ੁਭ ਗੁਣ ਜੋ ਗੁਰੂ ਦੇ ਗਿਆਨ ਵਿੱਚੋਂ ਪ੍ਰਾਪਤ ਹੁੰਦੇ ਨੇ। ਪਰ ਗੁਰ ਪ੍ਰਸਾਦ, ਗੁਰੂ ਦੇ ਗਿਆਨ ਨੂੰ ਸਮਝ ਕੇ ਜੀਵਨ ਨੂੰ ਜਿਉਇਆ ਜਾਵੇ ਤੇ ਉਸ ਪਰਮਾਤਮਾ ਦੀ ਬਖਸ਼ਿਸ਼ ਲਈ ਜਾ ਸਕਦੀ। ਤੇ ਇੱਥੇ ਪੁਜਾਰੀ ਕਹਿ ਰਿਹਾ ਸੀ ਤੁਸੀਂ ਐਵੇਂ ਸਿਮਰੋ, ਵੀ ਮੈਂ ਐਵੇਂ ਸਿਮਰ ਕੇ ਪ੍ਰਾਪਤ ਕੀਤਾ ਹੈ। ਹੁਣ ਤੁਹਾਡੇ 'ਚ ਇੰਨੀ ਸ਼ਕਤੀ ਕੋਲ ਵੀ ਤੁਸੀਂ ਕੰਮ ਕਰੋ। ਅਸਦਾਨ, ਗੱਜਦਾਨ, ਸੇਜਾ ਨਾਰੀ, ਭੂਮ ਦਾਨ, ਐਸੋ ਦਾਨ, ਨਿਤ ਨਿਤ ਕੀਜੈ। ਮੈਨੂੰ ਦਾਨ ਕਰਦੇ ਰਹੋ ਤੇ ਮੈਂ ਤੁਹਾਡਾ ਭਲਾ ਕਰਦਾ ਰਹਾਂਗਾ, ਕਿਉਂਕਿ ਮੈਂ ਕਾਪੀਰਾਈਟ ਬਣ ਗਿਆ ਨਾ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ। ਮੈਂ ਨਾਮ ਕਹਾਂ ਲੋ ਭਰਣੂ, ਰਾਮ ਕਹਿਤ ਬੰਧਨ ਤੇ ਟੂਟਾ। ਹੁਣ ਵੇਖੋ ਪੁਜਾਰੀ ਦੀ ਸੋਚ ਸੀ ਕਿ ਹਾਥੀ ਪਾਣੀ ਪੀਣ ਗਿਆ ਤੇ ਮਗਰਮੱਛ ਨੇ ਗੱਜ ਹਾਥੀ ਨੂੰ, ਗਰਾ ਮਗਰਮੱਛ ਨੇ ਫੜ ਲਿਆ ਤੇ ਹਾਥੀ ਨੇ ਪਰਮਾਤਮਾ ਨੂੰ ਯਾਦ ਕੀਤਾ। ਦੱਸੋ, ਗੁਰਬਾਣੀ ਬਾਰ ਬਾਰ ਸਿੱਖ ਨੂੰ ਸਮਝਾ ਰਹੀ, ਤੂੰ ਪਸ਼ੂ ਬਿਰਤੀ ਵਿੱਚ ਨਹੀਂ ਕਰਤੂਤ, ਪਸ਼ੂ ਕੀ ਮਾਨਸ ਜਾ, ਤੂੰ ਮਨੁੱਖ ਹੈ, ਮਨੁੱਖਤਾ ਵਿੱਚ ਰਹਿਣਾ ਹੈ, ਪਸ਼ੂ ਬਿਰਤੀ ਵਿੱਚ ਨਹੀਂ ਜਾਣਾ। ਤੇ ਇੱਥੇ ਕਹਿ ਰਹੇ ਨੇ ਹਾਥੀ ਨੇ ਫੁੱਲ ਤੋੜ ਕੇ ਪਰਮਾਤਮਾ ਨੂੰ ਅਰਪਣ ਕੀਤਾ। ਦੇਖੋ, ਤੇ ਪਰਮਾਤਮਾ ਨੇ ਉਹਦੇ ਤੇ ਕਿਰਪਾ ਕੀਤੀ, ਮਗਰਮੱਛ ਤੋਂ ਛੁੱਟ ਗਿਆ। ਵੀ ਇਹ ਮਹਿਮਾ ਹੈ ਉਸ ਪਰਮਾਤਮਾ ਦੇ ਨਾਮ ਦੀ, ਕਿ ਪਰਮਾਤਮਾ ਦਾ ਨਾਮ ਲਿਆ ਤੇ ਉਹ ਬੰਧਨ ਜਿਹੜਾ ਮਗਰਮੱਛ ਨੇ ਉਹਨੂੰ ਫੜ ਲਿਆ ਸੀ, ਉਹ ਟੁੱਟ ਗਿਆ। ਔਰ ਦਿਮਾਗ ਨਾਲ ਇੱਕ ਸਾਇੰਸ ਦਾ ਪੜ੍ਹਿਆ ਹੋਇਆ ਵਿਦਿਆਰਥੀ ਇਸ ਚੀਜ਼ ਨੂੰ ਸੋਚ ਕੇ ਵੇਖੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਗਿਆਨ ਸੱਚਾ ਹੈ ਜਾਂ ਪੁਜਾਰੀ ਦੀ ਇਹ ਸੋਚ ਚੰਗੀ ਹੈ। ਅਜਾਮਲ ਪਾਪੀ, ਅਜਾਮਲ ਦੀ ਕਹਾਣੀ ਵੀ ਤੁਸੀਂ 10ਵੀਂ ਵਾਰ ਸਾਰੀਆਂ ਭਾਈ ਗੁਰਦਾਸ ਜੀ ਦੀਆਂ। ਜਗ ਜਾਣੇ, ਸਾਰਾ ਸੰਸਾਰ ਇਹ ਜਾਣਦਾ ਹੈ, ਉਸ ਸਮੇਂ ਦੀਆਂ ਗੱਲਾਂ ਨੇ ਨਾ। ਨਿਮਕ ਮਾਹੇ ਨਿਸਤਾਰ, ਕਿ ਮਾੜੇ ਕਰਮਾਂ ਵਿੱਚ ਪੈ ਗਿਆ ਸੀ ਤੇ ਉਹਨੂੰ ਇਹ ਕਿਹਾ ਗਿਆ ਕਿ ਤੂੰ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਲੈ। ਤੇ ਮਰਨ ਵੇਲੇ ਉਹਨੂੰ ਆਪਣੇ ਜੰਮ ਨਜ਼ਰ ਆਏ, ਜਦ ਕਿ ਗੁਰਬਾਣੀ ਕਹਿੰਦੇ ਮਰਨ ਤੋਂ ਬਾਅਦ ਹੈ ਹੀ ਨਹੀਂ ਕੁਛ ਵੀ। ਮਰਨ ਤੋਂ ਬਾਅਦ ਇਨਸਾਨ ਦੀ ਜਿਹੜੀ 5 ਤੱਤਾਂ ਦਾ ਸਰੀਰ 5 ਤੱਤਾਂ ਵਿੱਚ ਮਿਟ ਜਾਂਦਾ ਹੈ। ਤੇ ਪੁਜਾਰੀ ਕਹਿ ਰਿਹਾ ਸੀ ਕਿ ਉਹਨੇ ਕਿਹਾ ਪੁੱਤ ਨਾਰਾਇਣ ਮੈਨੂੰ ਬਚਾ, ਤੇ ਪਰਮਾਤਮਾ ਨੇ ਉਹਨੂੰ ਬਚਾ ਲਿਆ, ਜੰਮ ਭੱਜ ਕੇ। ਵੇਖੋ ਇਹ ਪੁਜਾਰੀ ਦੀ ਸੋਚ ਸੀ। ਨਾਨਕ ਕਹਿਤ ਚੇਤ ਚਿੰਤਾ, ਮਨ ਤੈ ਵੀ ਉਤਰੈ ਭਾਰਾ। ਦੇਖੋ ਹੁਣ ਨਾਨਕ ਸਾਹਿਬ ਜੀ ਦੀ ਸੋਚ ਇੱਕ ਸਿੱਖ ਨੂੰ ਇਹ ਗਿਆਨ ਬਖਸ਼ ਰਹੀ ਹੈ। ਸਿੱਖਾ ਕਹਿਤ ਚੇਤ, ਤੂੰ
तू चिंत विच याद करके सोच, चिंता मन कि मन ते चिंतावां विच है। चलो असीं सिमरन करते हैं वाहिगुरू वाहिगुरू वाहिगुरू, पर मन चिंतावां दे विच रुझ है। मन दे विच कदी इधर चिंता आ रही भी मैं सिमरन कह रहा कर रहा, ज्ञानी जी ने मैनूं कहा सी, परमात्मा के कॉपीराइट ने मैनूं कहा कि तू वाहिगुरू 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 कर। मन दे विच चिंतावां लगियां, की पार उतारा हो सकता, सीधे रस्ते पे चल सकते हैं। ते पहली पंक्ति जी कोई सतगुरु जी ने ज्ञान का जिहड़ा लफ्ज है, ज्ञान का जिहड़ा सागर है, वो सिख की झोली विच पा दिता है। शरण विचारो, परमात्मा की शरण की है, गुरु का शब्द। क्योंकि इस तो पहला शब्द है, लास्ट पंक्ति पढ़ो, मानस दे पाए, तेनू मनुखी जीवन मिलिया है, पात हर पग। ये अवस्था तेरी परमात्मा नू समझण दी है, जीवन जीवन दी है। नानक बात बताई, नानक साहब जी ने गल दसनी की है। ते प्यार वालों कुछ शब्द पहला समझने पैणगे, इसलिए कहते गुरबाणी नू खुद पढ़ीए, गुरबाणी नू खुद समझिए, ते तां ही सिख सीधे रस्ते ते चल सकता है, सही जीवन जिउ सकता है। नहीं तो वेखो फिर दूजे शब्द कहते प्राणी कौन उपाओ कर, किहड़ा उपाओ। हुण वेखो जे असीं गुरबाणी नूं समझना है तो पहले शब्द नूं, फिर दूसरे शब्द नूं पढ़ांगे तो शब्द की एक शब्द की विचार नूं करना औखा हो जाता। तो समझ यही आती है कि गुरु नानक साहब जी का ज्ञान वेखो कितना उच्च कोटि का है। एक सिख नूं समझा रहा कि तू पुजारी की सोचते, जिन्हों भगत कबीर जी कहते काजी मुला साडे दऊ हमरा झगड़ा रहा ना हो। साडे जे अज झगड़े ने, अज साडे अंदर कल कलेश खत्म नहीं हो रहा, तो एक ही गल है कि असी गुरु नानक के ज्ञान तो अधूरे हाँ। कहते भगत कबीर जी का ही श्लोक है, एक कट राम काटी राम को औखद कटी, एक औखद घाटी राम को तय चढ़ रहे हो कबीर। वो केड़ी घाटी है जिहदे भगत कबीर जी चढ़ के रहे? नहीं तो कहते भी जिहदे रस्ते ते पुजारी चल रहा सी, पाछे भरी बहीर, पिछे कहते लैन लगी, पर कहते भगत कबीर जी मैं तो कला ही चल रहा हूँ औखी करी ते इसलिए गुरबाणी सानू समझ आ रही विरले के कोई विरला है जिहड़ा गुरु के ज्ञान नूं समझ के जीवन जिउंदा है। वरना पुजारी की सोच, क्योंकि ये कहानियां सानू सुनाई गई बई गणका है पास हो गई जे, अजामल एवें सचखंड विच चला गया, हाथी एवें छुट गया, असीं भी तो वही काम करते पे आज। वो हाथी ने फुल अर्पण किया, नहर सुटिया, पैर उता फड़ लिया सी मगरमच्छ ने, पुजारी की सोच विच। हुण एक सिख ने फैसला करना है कि असी गुरु नानक के ज्ञान नूं समझ के अपने जीवन नूं सुधारना है, या फिर पुजारी की सोच विच अपने जीवन नूं अजाई गवाना है। क्योंकि गुरु नानक साहब जी तो बाद जे प्रचार दौरा किया है, तो नौवें पातशाह जी ने इतना दौरा किया है, जिन्होंने असीं भोरियां च बिठा दिता। उन्होंने इतिहास पढ़ के देखो कितने प्रचार दौरे किए हैं उन्होंने। सो आओ गुरु नानक साहब जी के ज्ञान समझ के जो सानू शुद्ध गुरु के विचार मिलती है, जीवन जीवन का तरीका मिलता है, वो जीवन नूं जिउ के इस जीवन सफल कर लिए। वरना ये जीवन अजाई जा रहा है। असी पुजारी की सोच तो अपने आप को बचाना है और गुरु नानक के ज्ञान नाल जुड़ना है। भुलां चुकां दी खिमा। वाहिगुरू जी का खालसा, वाहिगुरू जी की फतेह।